सो GST के विरोध दे विच जिहड़े फैडरेशन ऑल होलसेल जिहड़े कपड़ा व्यापारी गए वो एक मंच ते इकट्ठे होकर जिहड़े अज टाउन हाल चौंक दे विच केंद्र सरकार के खिलाफ जिहड़ा प्रदर्शन कर रहे जिहड़ा कि 1 जनवरी तो जिहड़ी GST हैगी कपड़े के उत्ते जिहड़ी है 5% हैगी उन्होंने 12% की जा रही है। साडे नाल मोती भाटिया जी मौजूद ने जिहड़े इस धरने दे विच शामिल ने। भाटिया साहब अगे ही कारोबार जिहड़ा हैगा वा और व्यापारियों लिए नुकसान जिहड़ा झेल रहे कोरोना तो लैके जो कोरोना के बाद जिहड़ा व्यापार नहीं चल सकिया, लेकिन उस तो बाद GST की मार हैगी है जिहड़ी वो 12% होने जा रही है। किस तरह जिहड़ा व्यापारी उभर के आएगा बाहर, जिस तरह अज तुसीं धरना दिता वा लगातार जिहड़ी केंद्र की सरकार जिहड़ी हैगी है वो व्यापारियों नूं जिहड़ी है GST थल्ले दबा रही है। ਜਿਹੜੀ ਸੈਂਟਰ ਦੀ ਮੋਦੀ ਸਰਕਾਰ ਹੈ ਉਹਦਾ ਇੱਕੋ ਇੱਕ ਨਿਸ਼ਾਨਾ ਹੈਗਾ ਕਿ ਜਿਹੜਾ ਵਪਾਰ ਜਾਂ ਛੋਟਾ ਵਪਾਰੀ ਹੈ ਹਿੰਦੁਸਤਾਨ ਦੇ ਵਿੱਚ ਉਹਨੂੰ ਖਤਮ ਕਰਕੇ ਤੇ ਸਾਰਾ ਵਪਾਰ ਜਿਹੜਾ ਕਾਰਪੋਰੇਟਰਾਂ ਨੂੰ ਦੇਣਾ ਹੈ। ਉਸੇ ਸਬੰਧ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਵੀ ਜਦੋਂ GST ਲੱਗੀ ਸੀ, ਕਿਉਂਕਿ ਹਿੰਦੁਸਤਾਨ ਦੇ ਵਿੱਚ 3 ਜ਼ਰੂਰੀ ਵਸਤਾਂ ਗਿਣੀਆਂ ਜਾਂਦੀਆਂ, ਰੋਟੀ, ਕੱਪੜਾ ਔਰ ਮਕਾਨ। ਔਰ ਹਿੰਦੁਸਤਾਨ ਦੇ ਵਿੱਚ ਐਗਰੀਕਲਚਰ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਉਹ ਟੈਕਸਟਾਈਲ ਸੈਕਟਰ ਹੈਗਾ। ਇਹਦੇ ਤੇ ਕੱਪੜੇ ਦੇ ਉੱਤੇ ਕਦੀ ਟੈਕਸ ਨਹੀਂ ਸੀ ਲੱਗਾ, ਲੇਕਿਨ ਇਸ ਸੈਂਟਰ ਸਰਕਾਰ ਨੇ ਆ ਕੇ 5% ਸਾਡੇ ਤੇ ਜਦੋਂ GST ਲਗਾਈ ਅਸੀਂ ਉਦੋਂ ਵੀ ਬਹੁਤ ਇਹਦਾ ਵਿਰੋਧ ਕੀਤਾ, ਲੇਕਿਨ ਇਹ ਸਾਡੀ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ, ਜਿਹਦੇ ਕਰਕੇ ਨਤੀਜਾ ਇਹ ਹੋਇਆ ਕਿ ਸਾਡੇ ਕਾਰੋਬਾਰਾਂ ਦੇ ਵਿੱਚ ਤਕਰੀਬਨ 40% ਦੇ ਕਰੀਬ ਜਿਹੜਾ ਕਾਰੋਬਾਰ ਖਤਮ ਹੋ ਗਿਆ। ਫਿਰ ਉਸ ਨੂੰ ਕਿਸੇ ਤਰੀਕੇ ਵੀ ਅਸੀਂ ਚਲਾਈ ਜਾ ਰਹੇ ਸੀਗੇ। ਹੁਣ ਆ ਕੇ ਇਹਨਾਂ ਨੇ ਫਿਰ ਇੱਕ ਨਵਾਂ ਇਸ਼ੂ ਕੱਢ ਦਿੱਤਾ ਹੈ ਕਿ 1 ਜਨਵਰੀ 2022 ਤੋਂ ਜਿਹੜੀ 5% ਸਾਡੇ ਤੇ GST ਸੀ ਉਹਨੂੰ ਵਧਾ ਕੇ 12% ਕਰ ਦਿੱਤਾ ਜਾਏਗਾ। ਔਰ ਜੇ ਹੁਣ ਇਹ 12% ਕਰਨਗੇ ਤੇ ਜਿਹੜਾ ਸਾਡਾ ਰਹਿੰਦਾ ਖੁੰਦਾ ਵਪਾਰ ਹੈ ਉਹ ਵੀ ਖਤਮ ਹੋ ਜਾਏਗਾ। ਸੋ ਅਸੀਂ ਇਸ ਕੇਂਦਰ ਸਰਕਾਰ ਦੇ ਹੱਥਾਂ ਦੇ ਹੱਥੀ ਵਤੀਰੇ ਦੇ ਖਿਲਾਫ ਅੱਜ ਅਸੀਂ ਧਰਨਾ ਦੇ ਰਹੇ ਹਾਂ। ਔਰ ਆਲ ਇੰਡੀਆ ਦੇ ਵਿੱਚ ਜਿਹੜਾ ਸੈਂਟਰ ਸਰਕਾਰ ਦੇ ਖਿਲਾਫ ਜਿਹੜੇ ਨੇ ਧਰਨੇ ਦਿੱਤੇ ਜਾ ਰਹੇ ਨੇ, ਵਿਰੋਧ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਨੇ, ਉਹਦਾ ਹਿੱਸਾ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਸਾਰੀਆਂ ਕੱਪੜਾ ਜਿਹੜੀਆਂ ਹੋਲਸੇਲ ਕਲੋਥ ਐਸੋਸੀਏਸ਼ਨਾਂ ਨੇ ਉਹਨਾਂ ਵੱਲੋਂ ਅੱਜ ਇੱਥੇ ਅਸੀਂ ਧਰਨਾ ਰੱਖਿਆ। ਜਿਹੜਾ ਗੱਲ ਕਰਾਂ ਆਲ ਸਾਰੀਆਂ ਜਿਹੜੀ ਹੋਲਸੇਲ ਮਾਰਕੀਟ ਜਿਹੜੇ ਕੱਪੜਾ ਵਪਾਰੀ ਹੈਗੇ ਕੀ ਸਥਿਤੀ ਹੈਗੀ ਇਸ ਵੇਲੇ, ਕਿਸ ਹਾਲਾਤ ਚੋਂ ਗੁਜ਼ਰ ਰਹੇ ਨੇ? ਉੱਤੋਂ GST ਜਿਹੜਾ ਹੈਗਾ 2022 ਦੇ ਉਹ ਵੀ ਵੱਧ ਰਿਹਾ, ਬਹੁਤ ਬੁਰਾ ਹਾਲ ਹੈ। ਦੇਖੋ ਕਾਰੋਬਾਰ ਤਾਂ ਸਾਹਮਣੇ ਨਜ਼ਰ ਆ ਰਿਹਾ, ਕਾਰੋਬਾਰ ਤੇ 40 ਤੋਂ 50% ਜਿਹੜਾ ਤਬਾਹ ਹੋ ਚੁੱਕਾ ਹੈ। ਹਿੰਦੁਸਤਾਨ ਦੇ ਵਿੱਚ ਜਿਹੜੇ 1% ਲੋਕ ਨੇ ਉਹ ਕਾਰਪੋਰੇਟਰ ਨੇ ਜਾਂ ਤੇ ਜਿਹੜੇ ਕਾਰਪੋਰੇਟਰ ਨੇ ਉਹਨਾਂ ਦੇ ਗਿਣੇ ਚੁਣੇ 10 ਘਰ ਨੇ ਜਾਂ 12 ਘਰ ਨੇ, ਉਹਨਾਂ ਦਾ ਰੈਵਨਿਊ ਜਿਹੜਾ ਹਰ ਸਾਲ ਦੇ ਵਿੱਚ ਕਈ ਗੁਣਾ ਮਲਟੀ ਗੁਣਾ ਹੋਈ ਜਾ ਰਿਹਾ। ਜਿਹੜਾ ਛੋਟਾ ਵਪਾਰੀ ਹੈ ਦੂਸਰੇ ਵਪਾਰੀ ਨੂੰ ਖਤਮ ਹੋਈ ਜਾ ਰਹੇ ਨੇ। ਇਸੇ ਹੀ ਨੀਤੀ ਨੂੰ ਲੈ ਕੇ ਮੋਦੀ ਸਰਕਾਰ ਲੱਗੀ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਰੋਬਾਰੀ ਉਹ ਖਤਮ ਕਰ ਦੇਣਾ ਔਰ ਹਿੰਦੁਸਤਾਨ 'ਚ ਰਹੇਗਾ ਸਿਰਫ ਕਾਰਪੋਰੇਟਰ। ਇਹ ਜਿਹੜਾ ਟੈਕਸ ਵਧਾਇਆ ਜਾ ਰਿਹਾ ਉਹ ਵੀ ਇਸੇ ਨੀਅਤ ਨਾਲ, ਇਸੇ ਨੀਤੀ ਨਾਲ ਕਿ ਹਿੰਦੁਸਤਾਨ ਦੇ ਵਿੱਚ ਛੋਟੇ ਵਪਾਰੀਆਂ ਨੂੰ ਖਤਮ ਕਰ ਦਿੱਤਾ ਜਾਏ, ਇਹਨਾਂ ਦੇ ਉੱਤੇ ਟੈਕਸ ਦਾ ਬੋਝ ਹੀ ਇੰਨਾ ਬਣਾ ਦਿੱਤਾ ਜਾਏ ਕਿ ਕਾਰੋਬਾਰ ਕਰ ਹੀ ਨਾ ਸਕਣ। ਪਰ ਜੇ ਟੈਕਸ ਦੀ ਗੱਲ ਕਰਾਂ ਤੇ ਜੇ 12% ਟੈਕਸ ਹੁੰਦਾ ਵਾ ਉਹ ਤੇ ਇੱਕ ਕਾਰੋਬਾਰੀ ਜਿਹੜਾ ਵਪਾਰੀ ਹੈਗਾ ਜਿਹੜਾ ਕੱਪੜੇ ਦਾ ਉਹ ਤੇ ਲਏਗਾ, ਲੇਕਿਨ ਉਸ ਦਾ ਇਫੈਕਟ ਤਾਂ ਸਾਰਾ ਆਮ ਨਾਗਰਿਕ ਤੇ ਪੈਣਾ, ਕਿਉਂਕਿ ਨੈਚੁਰਲੀ ਇਹ 12% ਤੁਸੀਂ ਦੋਗੇ ਤੇ ਉਹ ਤੇ ਤੁਸੀਂ ਤੇ ਰੈਵਨਿਊ ਜਿਹੜਾ ਹੈਗਾ ਵਾ ਉਹ ਤੇ ਨਾਗਰਿਕ ਕੋਲ ਲੈਣਾ ਜਿਹੜੇ ਲੋਕ ਤੁਹਾਡੇ ਕੋਲ ਖਰੀਦਣ ਆਉਂਦੇ ਆ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਆਫਟਰ ਆਲ ਤੇ ਇਹ ਕੰਜ਼ਿਊਮਰ ਦੇ ਉੱਤੇ ਹੀ ਪੈਣਾ ਹੈ, ਲੇਕਿਨ ਕੰਜ਼ਿਊਮਰ ਤੋਂ ਪਹਿਲਾਂ ਸਾਡਾ ਵਪਾਰ ਖਤਮ ਇਸ ਲਈ ਹੋਣਾ ਹੈ ਕਿ ਅਸੀਂ ਇੱਕ ਮਾਲ ਲੈਣਾ ਹੈ, ਕੱਪੜਾ ਲੈਣਾ, ਅਸੀਂ ਟੈਕਸ ਪੇ ਕਰਨਾ ਹੈ, ਫਿਰ ਅਸੀਂ ਜਿਹੜੀ ਸੇਲ ਕਰਨੀ ਉਹਦੇ ਤੇ ਜਿਹੜਾ ਅਸੀਂ ਟੈਕਸ ਲੈਣਾ ਹੈ ਅਜੇ ਉਹ ਰਕਮ ਸਾਨੂੰ ਪਤਾ ਨਹੀਂ 2 ਮਹੀਨਿਆਂ ਨੇ ਹੋਣੀ ਹੈ, 3 ਮਹੀਨਿਆਂ ਨੂੰ ਹੋਣੀ ਹੈ, 6 ਮਹੀਨਿਆਂ ਨੂੰ ਹੋਣੀ ਹੈ, ਲੇਕਿਨ ਸਰਕਾਰ ਦੇ ਘਰ ਤੇ ਸਾਨੂੰ ਪਹੁੰਚਾਉਣਾ ਪਏਗਾ। ਉਹ ਮਾਲ ਪਤਾ ਨਹੀਂ ਵਾਪਸ ਆ ਜਾਣਾ ਕੀ ਹੋਣਾ, ਲੇਕਿਨ ਅਸੀਂ ਤਾਂ ਸਰਕਾਰ ਜੋਗੇ ਰਹਿ ਜਾਵਾਂਗੇ, ਸਾਡਾ ਕਾਰੋਬਾਰ ਤਾਂ ਚੱਲੇਗਾ ਨਹੀਂ। ਜੇਕਰ ਗੱਲ ਕਰਾਂ ਤਾਂ ਇਹਦੇ ਵਿੱਚ ਪੰਜਾਬ ਗਵਰਨਮੈਂਟ ਦਾ ਵੀ ਕੋਈ ਸਿਸਟਮ ਹੁੰਦਾ ਕਿ ਇਸ ਰਿਬੇਟ ਜਿਹੜੇ ਟੈਕਸ ਹੈਗੇ ਉਹਦੇ ਵਿੱਚ ਰਿਬੇਟ ਦੇ ਸਕੇ ਜਾਂ ਸਿੱਧੀ ਸੈਂਟਰ ਗਵਰਨਮੈਂਟ ਨਾਲ ਜਿਹੜਾ GST ਦਾ ਵਾਸਤਾ ਹੁੰਦਾ? ਬਿਲਕੁਲ ਪੰਜਾਬ ਸਰਕਾਰ ਵੀ ਇਹਦੇ ਵਿੱਚ ਜਦੋਂ GST ਕੌਂਸਲ ਦੀ ਮੀਟਿੰਗ ਹੁੰਦੀ ਹੈ, ਪੰਜਾਬ ਸਰਕਾਰ ਵੀ ਜਿਹੜੀਆਂ ਸਟੇਟ ਸਰਕਾਰਾਂ ਉਹਨਾਂ ਨੂੰ ਵੀ ਪ੍ਰੋਟੈਸਟ ਕਰਨਾ ਚਾਹੀਦਾ ਕਿ ਸਾਡੇ ਲੋਕਾਂ ਦਾ ਕਾਰੋਬਾਰ ਖਤਮ ਹੋ ਜਾਏਗਾ। GST ਕੌਂਸਲ ਦੇ ਵਿੱਚ ਜਿਹੜੇ ਸਟੇਟਾਂ ਦੇ ਨੁਮਾਇੰਦੇ ਜਾਂਦੇ ਨੇ ਉਹਨਾਂ ਮੀਟਿੰਗਾਂ ਦੇ ਵਿੱਚ, ਉਹਨਾਂ ਦਾ ਵੀ ਬਿਲਕੁਲ ਡਿਊਟੀ ਬਣਦੀ ਹੈ। ਉਹਨਾਂ ਦੀ ਡਿਊਟੀ ਕਿਉਂ ਨਹੀਂ ਬਣਦੀ? ਉਹਨਾਂ ਦੀ ਪੂਰੀ ਡਿਊਟੀ ਬਣਦੀ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ। ਤੁਸੀਂ ਗੱਲ ਕਰਨ ਦੇ ਛੋਟੇ ਵਪਾਰੀ ਨੂੰ ਕਿਉਂ ਇਫੈਕਟ ਜ਼ਿਆਦਾ ਹੈਗਾ? ਕਿਉਂਕਿ ਛੋਟੇ ਵਪਾਰੀ ਦਾ ਕਾਰਨ ਇਹ ਵੀ ਛੋਟੇ ਵਪਾਰੀ ਕੋਲ ਸਾਸਾ ਹੀ ਉਹਨਾਂ ਕੋ ਹੈ ਕਿ ਜਿਹਦੇ ਤੇ ਸਾਰਾ ਅਸਰ ਪੈਣਾ ਹੈ। ਵੱਡੇ ਕਾਰਪੋਰੇਟਰਾਂ ਨੂੰ ਤਾਂ ਕੋਈ ਫਰਕ ਨਹੀਂ, 1000-2000 ਕਰੋੜ ਉਹ 10-20-25000 ਕਰੋੜ ਰੁਪਈਆ ਬੈਂਕਾਂ ਕੋਲ ਕਰਜ਼ਾ ਲੈਂਦੇ ਨੇ, ਬਾਅਦ 'ਚ ਹੱਥ ਖੜੇ ਕਰ ਦਿੰਦੇ ਨੇ।
ਜਿਹੜੇ ਉਹ ਗਵਰਨਮੈਂਟਾਂ ਨੇ ਉਹਨਾਂ ਦੇ ਕਰਜ਼ੇ ਮਾਫ ਕਰ ਦਿੰਦੀਆਂ, ਛੋਟੇ ਵਪਾਰੀ ਦਾ ਵੀ ਅੱਜ ਤੱਕ ਕਰਜ਼ਾ ਮਾਫ ਹੋਇਆ ਕਦੀ? ਚੰਨੀ ਸਰਕਾਰ ਤੇ ਵਪਾਰੀਆਂ ਲਈ ਬੜਾ ਕੁਝ ਸੋਚ ਰਹੀ ਹੈ, ਫਿਰ ਕੇਂਦਰ ਦੀ ਨੀਤੀਆਂ ਜਿਹੜੀ ਹੈਗੀਆਂ ਕਿਉਂ ਤੁਹਾਨੂੰ ਜਿਹੜੀ ਹੈ ਵਪਾਰੀ ਮਾਰੂ ਲੱਗਣ ਦੀ ਹੈ? ਜਿਹੜਾ GST ਦੇ ਉੱਤੇ ਜੋ ਫਾਈਨਲ ਜੋ ਵੀ ਇਹਦਾ ਡਿਸੀਜਨ ਲੈਣਾ ਉਹ ਤਾਂ ਕੇਂਦਰ ਸਰਕਾਰ ਦਾ ਹੀ ਹੈ, GST ਕੌਂਸਲ ਦਾ ਹੀ ਹੈ। GST ਕੌਂਸਲ ਫਾਈਨਾਂਸ ਮਿਨਿਸਟਰ ਦੇ ਅੰਡਰ ਹੈ, ਫਾਈਨਾਂਸ ਮਿਨਿਸਟਰ ਜਿਹੜਾ ਪ੍ਰਾਈਮ ਮਿਨਿਸਟਰ ਦੇ ਅੰਡਰ ਹੈ। ਇਹ ਤਾਂ ਸੈਂਟਰ ਸਰਕਾਰ ਹੀ ਕਰ ਰਹੀ ਹੈ ਨਾ। ਸੈਂਟਰ ਸਰਕਾਰ ਦੇ ਵਿਰੁੱਧ ਹੀ ਅਸੀਂ ਪ੍ਰੋਟੈਸਟ ਕਰਾਂਗੇ ਔਰ ਸਟੇਟ ਨੂੰ ਅਪੀਲ ਕਰਾਂਗੇ ਕਿ ਜੋ ਵਪਾਰੀਆਂ ਦਾ ਧੱਕਾ ਹੋ ਰਿਹਾ ਉੱਥੇ ਸਾਡੀ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਜਾਏ GST ਕੌਂਸਲ ਦੇ ਵਿੱਚ। ਪਰ ਜੇਕਰ ਗੱਲ ਕਰਾਂ ਤੇ ਕਿ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਵਪਾਰੀਆਂ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਕੋਈ ਸਕੀਮ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਟੈਕਨੀਕਲ ਹੋਵੇ ਜਿਸ ਨੂੰ ਲੈ ਕੇ ਤੁਹਾਡੀ ਗੱਲ ਜਿਹੜੀ ਹੈ ਚੰਨੀ ਸਰਕਾਰ ਜਿਹੜੀ ਹੈ ਸੈਂਟਰ ਗਵਰਨਮੈਂਟ ਤੱਕ ਲੈ ਕੇ ਜਾਵੇ ਤੇ ਇਹਦਾ ਮਸਲਾ ਹੱਲ ਸਕੇ ਕਿ ਛੋਟੇ ਵਪਾਰੀ ਜਿਹੜੇ ਇਸ ਦਾਇਰੇ 'ਚ ਵਿੱਚ ਆ ਰਹੇ ਆ 12% GST ਜਿਹੜਾ ਹੈਗਾ ਵਾ ਉਹ ਤੁਹਾਡੇ ਤੇ ਵੀ ਬੋਝ ਹੈ, ਆਮ ਨਾਗਰਿਕ ਤੇ ਵੀ ਬੋਝ ਹੈਗਾ ਵਾ, ਉਸ ਨੂੰ ਕੋਈ ਹੱਲ ਕਰ ਸਕਣ? ਦੇਖੋ, ਇਹ ਪਿਛਲੇ ਹਫਤੇ ਅਸੀਂ ਮਾਨਯੋਗ ਸਾਡੇ ਡਿਪਟੀ ਚੀਫ ਮਿਨਿਸਟਰ OP ਸੋਨੀ ਜੀ ਨਾਲ ਵੀ ਉਹਨਾਂ ਨੂੰ ਅਸੀਂ ਦੱਸੀ ਸੀ ਕਿ ਸਾਡੀ ਆਪਣੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਦੱਸੀ, ਉਹਨਾਂ ਨੇ ਵੀ ਸਾਨੂੰ ਵਿਸ਼ਵਾਸਨ ਦਿੱਤਾ ਸੀ ਅਸੀਂ ਸਟੇਟ ਵੱਲੋਂ ਵੀ ਜਿਹੜਾ GST ਕੌਂਸਲ ਦੇ ਵਿੱਚ ਜਿਹੜੀ ਇਹ ਬਿਲਕੁਲ ਤੁਹਾਡਾ ਮੁੱਦਾ ਉਠਾਵਾਂਗੇ। ਜੇਕਰ ਨਹੀਂ ਹੱਲ ਹੁੰਦਾ ਤਾਂ ਕੀ ਵਪਾਰੀਆਂ ਦੀ ਰਣਨੀਤੀ ਰਹੇਗੀ? ਫਿਰ ਵਪਾਰੀਆਂ ਦੇ ਆਲ ਇੰਡੀਆ ਦੇ ਵਿੱਚ ਜਿਵੇਂ ਸਾਡੀਆਂ ਵੱਡੀਆਂ ਮਾਰਕੀਟਾਂ ਨੇ, ਐਸੋਸੀਏਸ਼ਨਾਂ ਨੇ, ਸੂਰਤ ਐਸੋਸੀਏਸ਼ਨ ਨੇ, ਦਿੱਲੀ ਐਸੋਸੀਏਸ਼ਨ ਨੇ, ਜਿਵੇਂ ਉਹ ਸਾਨੂੰ ਮਾਰਗਦਰਸ਼ਕ ਦੇਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ। ਯਾਨੀ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਜੇਕਰ ਅੰਦੋਲਨ ਵਪਾਰੀਆਂ ਨੂੰ ਵੀ ਕਰਨਾ ਪਿਆ ਤੇ ਉਹ ਲਈ ਤਿਆਰ ਹੈ ਵਪਾਰੀ? ਦੇਖੋ, ਵਪਾਰੀ ਤਿਆਰ ਹੈ, ਕਿਸਾਨ ਔਰ ਵਪਾਰੀ ਦੇ ਵਿੱਚ ਬਹੁਤ ਫਰਕ ਹੈ। ਕਿਸਾਨ ਜਿਹੜਾ ਜਿਸ ਤਰ੍ਹਾਂ ਕਰ ਸਕਦਾ ਸੀ ਅਸੀਂ ਉਸ ਤਰ੍ਹਾਂ ਨਹੀਂ, ਲੇਕਿਨ ਅਸੀਂ ਆਪਣਾ ਪ੍ਰੋਟੈਸਟ ਜ਼ਰੂਰ ਦਰਜ ਕਰਾਵਾਂਗੇ। ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਜ਼ਰੂਰ ਦੱਸਾਂਗੇ। ਕਿਤੇ ਨਾ ਕਿਤੇ ਤੇ ਕਾਰਨ ਹੈ ਇੱਕ ਚੀਜ਼ ਨੂੰ ਅਗਰ ਰਾਹਤ ਦਿੱਤੀ ਜਾਂਦੀ ਹੈ ਤੇ ਦੂਸਰੇ ਬੰਨੇ ਜਿਹੜੀ ਉਹ ਰਾਹਤ ਨੂੰ ਪੂਰਾ ਕੀਤਾ ਜਾਂਦਾ ਹੈ। ਜੇਕਰ ਲੱਗਦਾ 12% GST ਜਿਹੜਾ ਲਾਇਆ ਗਿਆ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਅਗਰ ਇੱਕ ਬੰਨੇ ਰਾਹਤ ਦਿੱਤੀ ਤੇ ਜਿਹੜਾ ਵਪਾਰੀਆਂ ਨੂੰ ਉਸ ਦਾਇਰੇ ਦੇ ਵਿੱਚ ਲੈਂਦਾ ਹੈ। ਦੇਖੋ, ਮੈਂ ਇਹਨੂੰ ਕਿਸਾਨੀ ਅੰਦੋਲਨ ਦੇ ਨਾਲ ਕੰਪੇਅਰ ਨਹੀਂ ਕਰਦਾ। ਕਿਸਾਨਾਂ ਦਾ ਜਿਹੜਾ ਮਸਲਾ ਸੀਗਾ ਉਹ ਹੋਰ ਸੀਗਾ। ਉਹਦੇ ਵਿੱਚ ਵੀ ਕੇਂਦਰ ਸਰਕਾਰ ਨੇ 800 ਬੰਦਾ ਮਰਵਾ ਦਿੱਤਾ, ਕਿਸਾਨਾਂ ਦਾ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਜਾ ਕੇ 1 ਸਾਲ ਕਿਸਾਨਾਂ ਨੂੰ ਉੱਥੇ ਬਰੂਹਾਂ ਤੇ ਬਿਠਾਈ ਰੱਖਿਆ ਦਿੱਲੀ ਦੀਆਂ। ਉਸ ਤੋਂ ਬਾਅਦ ਬਿੱਲ ਵਾਪਸ ਲੈਣੇ ਸੀ ਤੇ ਪਹਿਲਾਂ ਹੀ ਲੈ ਲੈਂਦੇ ਜਾਂ ਲਗਾਉਂਦੇ ਨਾ। ਚਲੋ, ਮੈਂ ਉਹਦੇ ਨਾਲ ਨਹੀਂ, ਲੇਕਿਨ ਜਿਹੜਾ ਇਹ ਵਪਾਰੀਆਂ ਨੂੰ ਤਬਾਹ ਕਰਨ ਦੀ ਨੀਤੀ ਇਹਨਾਂ ਫੜੀ, ਉਹਦੇ ਅਗੇਂਸਟ ਜਿਹੜਾ ਅਸੀਂ ਅੰਦੋਲਨ ਕਰਾਂਗੇ, ਪੂਰਾ ਪ੍ਰੋਟੈਸਟ ਕਰਦੇ ਰਵਾਂਗੇ। ਸੋ ਅੰਦੋਲਨ ਜਿਹੜਾ ਹੈਗਾ ਉਹ ਜਿਹੜਾ ਵਪਾਰੀਆਂ ਵੱਲੋਂ ਜਾਰੀ ਹੈ। ਕੁਝ ਹੋਰ ਵਪਾਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ GST ਨੂੰ ਲੈ ਕੇ ਜਿਸ ਤਰ੍ਹਾਂ ਵਪਾਰੀਆਂ ਕੱਪੜਾ ਜਿਹੜੇ ਆਲ ਹੋਲਸੇਲ ਜਿਹੜੇ ਕੱਪੜਾ ਵਪਾਰੀ ਆ ਉਹਨਾਂ ਦਾ ਲਗਾਤਾਰ ਜਿਹੜਾ ਵਿਰੋਧ ਹੈਗਾ ਉਹ ਚੱਲ ਰਿਹਾ। ਉਹਨਾਂ ਨਾਲ ਗੱਲ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈਗਾ, ਕਿਉਂ ਵਿਰੋਧ ਹੈਗਾ ਜਿਹੜਾ 12% ਨੂੰ, ਕਿਉਂਕਿ ਬੋਝ ਹੈਗਾ, ਆਰਥਿਕ ਬੋਝ। ਉਹਨਾਂ ਨਾਲ ਗੱਲ ਕਰਾਂਗੇ। ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਜਦੋਂ ਕਿ ਇਨਕਮ ਟੈਕਸ ਦਾ ਰੇਟ ਵੱਧ ਹੁੰਦਾ ਸੀ ਉਦੋਂ ਕਲੈਕਸ਼ਨ ਘੱਟ ਸੀ, ਜਦੋਂ ਰੇਟ ਉਹਨਾਂ ਨੇ ਘਟਾਏ ਤੇ ਕਲੈਕਸ਼ਨ ਵੱਧ ਗਈ। ਇਹ GST ਦੀ ਕਲੈਕਸ਼ਨ ਜਿੰਨੀ ਇਹ ਵਧੇਗੀ ਨਹੀਂ 12% ਔਰ ਨਾ ਚੋਰੀ ਵਧੇਗੀ। ਗੌਰਮੈਂਟ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਨਾਲੇ ਇੱਕ ਆਮ ਆਦਮੀ ਦੇ ਉੱਤੇ ਸਾਰਾ ਵਜ਼ਨ ਪਏਗਾ, ਗਰੀਬ ਆਦਮੀ ਨੂੰ ਅੱਗੇ ਮਹਿੰਗਾਈ ਇੰਨੀ ਜ਼ਿਆਦਾ ਮਰਦਾ ਪਿਆ, ਗਰੀਬ ਆਦਮੀ, ਆਮ ਆਦਮੀ ਸਭ ਮਰਦਾ ਪਿਆ। ਉੱਤੋਂ ਹੋਰ ਇਹ ਚੀਜ਼ ਵਧਾਉਣਗੇ ਤੇ ਕੱਪੜਾ ਇੱਕ ਜ਼ਰੂਰਤ ਚੀਜ਼ ਹੈ ਜਿਹਦੇ ਵਿੱਚ ਕਿ ਉਹਨਾਂ ਉੱਤੇ ਸਾਰੇ ਉੱਤੇ ਬਹੁਤ ਅਸਰ ਆਏਗਾ। ਸੋ ਇਹ GST ਕਿਸੇ ਮੁਲਕ 'ਚ ਵੀ ਨਹੀਂ ਵਧਣੀ ਚਾਹੀਦੀ। ਜਿਹੜੀ ਕਿ ਜੋ ਤੁਹਾਨੂੰ ਲੱਗਦਾ ਵੀ ਕੋਈ ਇਹੋ ਜਿਹਾ ਸਿਸਟਮ ਲਾਗੂ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵਪਾਰੀਆਂ ਨਾਲ ਬੈਠਕਾਂ ਹੋਣੀ ਚਾਹੀਦੀ ਹੈ ਵੀ ਉਹਨੂੰ ਕੀ ਨੁਕਸਾਨ ਹੋ ਸਕਦਾ, ਕੀ ਫਾਇਦਾ ਹੋ ਸਕਦਾ? ਗੌਰਮੈਂਟ ਨੇ ਪਹਿਲੇ ਵੀ ਕਦੇ ਨਹੀਂ ਕੀਤਾ ਸੀ, ਪਹਿਲੇ ਵੀ ਧਮਕੀਆਂ ਦੇ ਕੇ ਵਾਪਸ ਭੇਜ ਦਿੱਤਾ ਸੀ ਬਾਜ਼ਾਰ ਖੋਲ੍ਹੋ। ਹੁਣ ਵੀ ਕੋਈ ਮੀਟਿੰਗਾਂ ਵਪਾਰੀਆਂ ਨਾਲ, ਇੱਕ ਆਮ ਆਦਮੀ ਨਾਲ ਵਪਾਰੀ ਨਾਲ ਕਰਨ, ਸਿਰਫ ਮੀਟਿੰਗਾਂ ਕਰਦੇ ਕਾਰਪੋਰੇਟ ਸੈਕਟਰ ਨਾਲ, ਜਿਨ੍ਹਾਂ ਨੂੰ ਕਿ ਐਡਵਾਂਟੇਜ ਹੈ ਚੀਜ਼ਾਂ ਦਾ। ਸਿਰਫ ਗੌਰਮੈਂਟ ਜਿਹੜੀ ਹੈ ਕਾਰਪੋਰੇਟ ਸੈਕਟਰ ਦੀ ਹੈ, ਨਾ ਕਿ ਆਮ ਆਦਮੀ ਦੀ ਹੈ। ਆਮ ਆਦਮੀ ਜਿਹੜਾ ਮਰਦਾ ਪਿਆ ਮਹਿੰਗਾਈ ਨਾਲ, ਪਹਿਲੇ ਹੀ ਕਰੋਨਾ ਨਾਲ ਮਹਿੰਗਾਈ ਨਾਲ ਬੁਰਾ ਹਾਲ ਹੈ, ਉੱਤੋਂ ਗੌਰਮੈਂਟ ਕੋਈ ਨਾ ਕੋਈ ਸਟੈਪ ਚੁੱਕ ਦਿੰਦੀ ਹੈ ਜਿੰਨਾ ਕਿ ਹੋਰ ਵਪਾਰ ਦਾ ਬੇੜਾ ਗਰਕ ਹੋ ਰਿਹਾ ਸਾਡੇ। ਇਹ ਗੌਰਮੈਂਟ ਨੂੰ ਸੋਚਣਾ ਚਾਹੀਦਾ, ਇਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਕਿਸੇ ਮੁਲਕ 'ਚ ਵੀ GST ਜਿਹੜੀ ਹੈ 5 ਤੋਂ 12 ਨਹੀਂ ਕਰਨੀ ਚਾਹੀਦੀ। ਜਿਹੜੀ GST ਕੀ ਤੁਹਾਨੂੰ ਲੱਗਦਾ ਵੀ ਵਪਾਰੀ ਅਜੇ ਤੱਕ ਵੀ ਜਿਹੜੀ GST ਦੇ ਜਿਹੜੇ ਮਾਰ ਤੋਂ ਉੱਭਰ ਨਹੀਂ ਪਾਏ, ਲਗਾਤਾਰ GST ਦੀ ਮਾਰ ਵੱਧਦੀ ਜਾ ਰਹੀ ਹੈ? ਬਿਲਕੁਲ, ਕਿਉਂਕਿ ਸਾਡੇ ਦੇਖੋ ਜੇ ਅੱਜ ਉਗਰਾਹੀ ਜੇ ਸਾਡੀ 10 ਕਰੋੜ ਹੈ ਉਹਦੇ ਉੱਤੇ 7% ਹੋਰ GST ਵਧੇਗੀ, 70 ਲੱਖ ਰੁਪਇਆ ਉਗਰਾਹੀ ਹੋਰ ਵੱਧ ਗਈ। ਗੌਰਮੈਂਟ ਕੋਲ 70 ਲੱਖ ਜਮ੍ਹਾਂ ਕਰਾਉਣਾ ਪਏਗਾ ਸਾਨੂੰ ਵੱਧ। ਸਾਨੂੰ ਕੀ ਪਤਾ ਕਦੋਂ ਵਪਾਰੀ ਕੋਲ ਪੇਮੈਂਟ ਆਣੀ ਕਿ ਸਾਡਾ 70 ਲੱਖ ਰੁਪਇਆ ਹੋਰ ਸਟੋਰ ਹੋ ਗਿਆ। ਵਪਾਰੀਆਂ ਕੋਲ ਅੱਗੇ ਤਾਕਤ ਨਹੀਂ ਹੈਗੀ। ਹੁਣ ਹਰ ਚੀਜ਼ ਜਿਹੜੀ ਕੋਈ TDS ਕੱਟਿਆ ਜਾਂਦਾ, ਕੋਈ ਗੈਸ ਕੱਟਿਆ ਜਾਂਦਾ, ਹਰ ਚੀਜ਼ ਦਾ ਜਿਹੜਾ ਵਪਾਰੀ ਕਿੱਥੋਂ ਦਾ ਰੁਪਇਆ ਜਮ੍ਹਾਂ ਕਰਾਵੇ? ਸੋਲੂਸ਼ਨ ਕੀ ਹੈ? ਸੋਲੂਸ਼ਨ ਹੈ ਕਿ ਅਜੇ ਇਹਨਾਂ ਨੂੰ ਚੀਜ਼ ਨੂੰ ਛੇੜਨਾ ਨਹੀਂ ਚਾਹੀਦਾ। ਵਪਾਰੀਆਂ ਨਾਲ ਮੀਟਿੰਗ ਕਰਕੇ ਸੋਲੂਸ਼ਨ ਢੂੰਢਣ ਕੇ ਕੀ ਹੈ। ਵਪਾਰੀਆਂ ਨਾਲ ਜਿਹੜੀ ਮੀਟਿੰਗ ਕਰਕੇ ਜਿਹੜਾ ਸੋਲੂਸ਼ਨ ਹੈ, ਕੋਈ ਹੋਰ ਵਪਾਰੀ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ GST ਦੀ ਮਾਰ ਜਿਹੜੀ ਪੈ ਰਹੀ ਹੈ ਉਹਨਾਂ ਦਾ ਕੀ ਕਹਿਣਾ ਹੈ, ਕਿਉਂ ਲਗਾਤਾਰ GST ਦੇ ਲੋਕੇ ਵਿਰੋਧ ਹੁੰਦਾ ਹੈ? ਦੇਖੋ, 2014 'ਚ ਜਦੋਂ ਇਲੈਕਸ਼ਨ ਹੋਏ ਸੀ ਤੇ ਉਦੋਂ ਮੋਦੀ ਸਾਹਿਬ ਨੇ ਕਿਹਾ ਸੀ ਕਿ ਇਨਕਮ ਟੈਕਸ ਖਤਮ ਹੋ ਜਾਏਗੀ।
ਇਹ ਨਾ ਤਾਂ ਇਨਕਮ ਟੈਕਸ ਖਤਮ ਹੋਈ, ਨਾ ਕੋਈ ਟੈਕਸ ਖਤਮ ਹੋਈ, ਉੱਪਰੋਂ GST, CST, CCS, ਪਤਾ ਨਹੀਂ ਕਿਹੜੇ ਟੈਕਸ ਇਹਨਾਂ ਨੇ ਹੋਰ ਨਵੇਂ ਲਾਤੇ। ਤੇ ਜਦ ਤੱਕ ਤੁਸੀਂ ਵਪਾਰੀ ਨੂੰ ਕੋਈ ਫੈਸਿਲਿਟੀ ਨਹੀਂ ਦਿਓਗੇ ਤਦ ਤੱਕ ਵਪਾਰ ਨਹੀਂ ਵੱਧ ਸਕਦਾ। ਤੁਸੀਂ ਫੈਸਿਲਿਟੀ ਦੀ ਗੱਲ ਕੀਤੀ, ਲੇਕਿਨ ਜਿਹੜੀ ਗਵਰਨਮੈਂਟ ਕਹਿੰਦੀ ਹੈ ਕਿ ਵਪਾਰੀ ਇੱਧਰ ਭਜਦਾ ਸੀ, ਉੱਧਰ ਭਜਦਾ ਸੀ, ਇੱਧਰ ਟੈਕਸ ਦਿੰਦਾ ਸੀ, ਤੇ ਕੁੱਲ ਮਿਲਾ ਕੇ ਇੱਕੋ ਟੈਕਸ ਜਿਹੜਾ ਲਾਤਾ GST। ਮੈਨੂੰ ਦੱਸੋ ਕਿਹੜਾ ਇੱਕ ਟੈਕਸ ਕਿਹੜਾ? ਕਿਆ ਇਨਕਮ ਟੈਕਸ ਨਹੀਂ ਜਾਂਦਾ? GST ਦੇ ਨਾਲ ਇਨਕਮ ਟੈਕਸ ਵੀ ਤਾਂ ਜਾਂਦਾ ਨਾ। ਹੋਰ ਵੀ 2-3 ਟੈਕਸ ਨੇ ਜਿਹੜੇ ਛੋਟੇ ਟੈਕਸ ਹੈ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਐਡਵਾਂਸ ਟੈਕਸ ਅਸੀਂ ਜਮ੍ਹਾਂ ਕਰਾਉਂਦੇ ਆ ਪਹਿਲੇ, TDS ਸਾਡੇ ਕੱਟਿਆ ਜਾਂਦਾ ਵਿਆਜ ਦੇ ਉੱਤੇ, ਤੀਸਰਾ GST ਪਰ ਜਮ੍ਹਾਂ ਕਰਾਈਏ, ਮਤਲਬ ਸਾਰਾ ਰੁਪਇਆ ਗਵਰਨਮੈਂਟ ਕੋਲ ਜਮ੍ਹਾਂ ਕਰਾ ਦਈਏ। ਬਿਜ਼ਨਸ ਅਸੀਂ ਕਿਤੇ ਨਾ ਕਰਾਂਗੇ। ਅਸੀਂ ਅੱਜ 1 ਲੱਖ ਰੁਪਏ ਦਾ ਕਿਸੇ ਵਪਾਰੀ ਨੂੰ ਮਾਲ ਵੇਚਣੇ ਆ, 12,000 ਰੁਪਏ ਟੈਕਸ। ਉਹ 1 ਲੱਖ ਰੁਪਏ ਪਤਾ ਨਹੀਂ 2 ਮਹੀਨੇ ਨੂੰ ਆਉਣਾ, 6 ਮਹੀਨਿਆਂ ਨੂੰ ਆਉਣਾ। 12,000 ਰੁਪਏ ਅਸੀਂ ਆਪਣੀ ਜੇਬ 'ਚੋਂ ਪਹਿਲੇ ਸਰਕਾਰ ਨੂੰ ਭਰੀਏ। ਉਹ ਸਾਡੀ ਇਨਵੈਸਟਮੈਂਟ ਵੱਧ ਗਈ ਤੇ ਕੰਮ ਕੀ ਕਰਾਂਗੇ ਅਸੀਂ? 12,000 ਜਿਹੜਾ ਤੁਸੀਂ ਸਰਕਾਰ ਨੂੰ ਭਰਨਾ ਉਹ ਵੀ ਤੁਹਾਡੇ ਕੋਲ ਜਾਣਾ, ਲੇਕਿਨ 12,000 ਉਹੀ ਬੋਝ ਜਿਹੜਾ ਹੈਗਾ ਵਾ ਉਹ ਤੇ ਕੰਜ਼ਿਊਮਰ ਤੇ ਵੀ ਜਾਂਦਾ। ਪਰ ਉਹ ਸਾਨੂੰ ਵਾਪਸ ਕਦੋਂ ਆਣਾ ਹੈ? ਵਪਾਰੀ ਦੀ ਇਨਵੈਸਟਮੈਂਟ ਵੱਧ ਗਈ ਤੇ ਕੰਮ ਕਿੱਥੋਂ ਕਰੇਗਾ? ਲਿਕੁਇਡਿਟੀ ਜਦੋਂ ਮੇਰੀ ਪਾਵਰ ਹੈ ਉਹ ਮੈਂ ਅੱਧੀ ਤੋਂ ਜ਼ਿਆਦਾ ਟੈਕਸਾਂ ਹੀ ਭਰ ਦਿਆਂਗਾ, ਤਾਂ ਮੈਂ ਕੰਮ ਕੀ ਕਰਾਂਗਾ? ਪਰ ਕਈ ਕੰਜ਼ਿਊਮਰ ਤੇ ਇਹੋ ਜਿਹੇ ਜਿਹੜੇ ਬਿੱਲ ਨਹੀਂ ਮੰਗਦੇ, ਸਿਰਫ ਟੈਕਸ ਤੋਂ ਡਰਦੇ ਆ। ਖੈਰ ਉਹ ਹਰ ਤਰ੍ਹਾਂ ਦੇ ਬੰਦੇ ਹੁੰਦੇ ਜੀ। ਨਹੀਂ ਹੁੰਦੇ ਆ, ਜਿਵੇਂ 5% ਦੇ ਵਿੱਚ ਵੀ ਤੁਸੀਂ ਟੈਕਸ ਜਿਹੜਾ ਬਿੱਲ ਨਹੀਂ ਲੈਂਦੇ, ਹੁਣ ਤੇ 12% ਹੋ ਗਈ। ਵਪਾਰੀ ਤੇ ਪਰੇਸ਼ਾਨ ਹੈ, ਇਹ ਕੰਜ਼ਿਊਮਰ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਏਗਾ। ਮੈਂ ਉਹੀ ਗੱਲ ਦੁਬਾਰਾ ਫਿਰ ਦੁਹਰਾ ਰਿਹਾ, ਜਿਸ ਤਰ੍ਹਾਂ ਸਾਡੇ ਕੰਧਾਰੀ ਸਾਹਿਬ ਨੇ ਕਿਹਾ ਕਿ ਟੈਕਸ ਜਿੰਨਾ ਹੈਵੀ ਹੋਏਗਾ ਚੋਰੀ ਉਨੀ ਜ਼ਿਆਦਾ ਹੋਏਗੀ। ਟੈਕਸ ਜਿੰਨਾ ਨੋਮੀਨਲ ਹੋਏਗਾ ਉਹਨਾਂ ਰੈਵਨਿਊ ਗਵਰਨਮੈਂਟ ਨੂੰ ਜ਼ਿਆਦਾ ਜਾਏਗਾ। ਦੋਨੋਂ ਖੁਸ਼ਹਾਲ ਰਹਿਣਗੇ, ਕੰਜ਼ਿਊਮਰ ਵੀ ਤੇ ਵਪਾਰੀ ਵੀ। ਬਿਲਕੁਲ ਦੋਨੋਂ ਖੁਸ਼ਹਾਲ ਰਹਿਣਗੇ। ਔਰ ਜਿੰਨਾ ਟੈਕਸ ਹੈਵੀ ਹੋਏਗਾ ਉਨਾ ਹੀ ਚੋਰੀ ਹੁੰਦੀ, ਔਰ ਦੋਨੋਂ ਜਿਹੜੀ ਹੈ ਕੰਜ਼ਿਊਮਰ ਤੇ ਵੀ ਬੋਝ ਹੈ, ਉਸ ਦੇ ਨਾਲ ਜਿਹੜੇ ਵਪਾਰੀ ਤੇ ਬੋਝ ਹੈ। ਜਿਹੜਾ ਅੱਜ ਤੁਸੀਂ ਦੇਖ ਸਕਦੇ ਵੀ ਕਿਸ ਤਰ੍ਹਾਂ ਜਿਹੜਾ ਫੈਡਰੇਸ਼ਨ ਆਫ ਟੈਕਸਟਾਈਲ ਟ੍ਰੇਡਰਸ ਅੰਮ੍ਰਿਤਸਰ ਜਿਹੜਾ ਉਹ ਟਾਊਨ ਹਾਲ ਦੇ ਚੌਂਕ ਦੇ ਵਿੱਚ ਜਿਹੜਾ 2022 ਜਨਵਰੀ ਦੇ ਵਿੱਚ ਜਿਹੜਾ ਟੈਕਸ ਜਿਹੜਾ ਕੱਪੜੇ ਦੇ ਵਿੱਚ ਜਿਹੜਾ 5% ਤੋਂ ਲੈ ਕੇ ਜਿਹੜਾ ਹੁਣ ਵਧਾ ਕੇ ਜਿਹੜਾ 12% ਕੀਤਾ, ਜਿਹੜਾ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰ ਜਦੋਂ ਤੱਕ ਇਹ ਟੈਕਸ ਵਾਪਸ ਨਹੀਂ ਲਿੱਤਾ ਜਾਂਦਾ ਵਾ, ਪੂਰੀ ਹਿੰਦੁਸਤਾਨ ਦੇ ਵਿੱਚ ਜਿਹੜੇ ਵਪਾਰੀ ਹੈਗੇ ਵਾ ਉਹ ਇੱਕ ਰਣਨੀਤੀ ਦੇ ਨਾਲ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ, ਕੇਂਦਰ ਸਰਕਾਰ ਨੂੰ GST ਦੇ ਵਿਰੋਧ ਦੇ ਵਿੱਚ ਘਿਰਦੇ ਰਹਿਣਗੇ।